ਸਾਡੀ ਆਵਾਮ ਨੂੰ ਚਾਹੀਦੇ ਨੇ ਟਮਾਟਰ 5 ਰੁਪਏ ਕਿਲੋ, ਚੀਨੀ 10 ਰੁਪਏ ਕਿਲੋ ਕਰ ਦਿਓ ਤੇ ਉਂਝ ਭਾਵੇਂ ਇਹਨਾਂ ਦਾ ਸੱਤਿਆਨਾਸ਼ ਮਾਰ ਛੋੜੇ, ਖੁਸ਼ ਹੋ ਜਾਣ। 120 ਰੁਪਏ ਲੀਟਰ ਤੇਲ ਹੋ ਗਿਆ, ਉਸ ਤੋਂ ਬਾਅਦ ਜਿਹੜਾ 150 ਰੁਪਏ ਕਿਲੋ ਘਿਓ ਸੀ ਉਹ 300 ਰੁਪਏ ਕਿਲੋ ਹੋ ਗਿਆ, ਚੀਨੀ 55 ਰੁਪਏ ਕਿਲੋ ਹੀ 110 ਰੁਪਏ ਹੋ ਗਈ ਹੈ। ਇਹਨੂੰ ਫੇਰ ਆਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਨੂਨ ਲੀਕ ਨਾਲ ਬਣਿਆ ਕੀ ਹੈ। ਇਹ ਹਾਫ ਵੇਂਦੇ ਨੇ ਜਨਾਬ, ਅਸੀਂ ਵੀ ਜੱਟ ਹਾਂ, ਉਹ ਵੀ ਜੱਟ ਭਰਾ ਨੇ ਸਾਡੇ। ਉਂਝ ਅੱਲਾ ਦੇ ਹੁਕਮ ਨਾਲ ਗੁੱਜਰਾਂ ਦੇ ਮੁਕਾਬਲੇ ਜੇ ਇਸ ਇਲਾਕੇ 'ਚ ਕੋਈ ਨਹੀਂ ਹੈ। ਇਹ ਉਹ ਲੋਕ ਨੇ ਜਿਹੜੇ ਦਬਾਅ 'ਚੋਂ ਬਾਹਰ ਨਹੀਂ ਨਿਕਲ ਸਕਦੇ, ਯਾਨੀ ਕਿ ਖੁੱਲ੍ਹ ਕੇ ਆਪਣਾ ਆਪ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਕੀ ਕਰਨਾ ਹੈ। ਇੱਥੇ ਬਾਜ਼ਾਰਾਂ ਨਾਲ ਕੁਝ ਵੀ ਨਹੀਂ ਹੈ, ਬਸ ਉਹ ਲੋਕਾਂ ਨੂੰ ਪੈਸੇ ਦਿੰਦੇ ਨੇ ਤੇ ਪੈਸੇ ਲੈ ਕੇ ਲੋਕਾਂ ਨੇ 28 ਤਰੀਕ ਨੂੰ ਆਪਣੇ ਹਦਮ ਕਰ ਜਾਣੇ ਨੇ ਤੇ ਐਂਡ ਤੇ ਜਾ ਕੇ ਮੋਹਰਾਂ ਫਿਰ ਸ਼ੇਰ ਤੇ ਲਾਣੀ। ਇਹ ਪਸਰੂਰ ਰੋਡ ਤੇ ਫਿਰ ਕੇ ਵੇਖ ਲੈਣਾ ਹਜੇ ਕਿੰਨਾ ਕੁ ਜਾਲ ਵਿਛਿਆ ਦਾ। ਨਹੀਂ ਨਹੀਂ ਨਹੀਂ, ਇਹ ਚੋਰ ਨੇ ਜਿਹੜੀ ਹੁਣ ਹੁਕੂਮਤ ਦੇ ਚੋਰਾਂ ਦੀ ਹੈ ਜਨਾਬ। ਇੱਥੇ ਲੋਕੀ ਮਾੜੇ ਤੋਂ ਮਾੜਾ ਬੰਦਾ ਜਿਹੜਾ 1000 ਰੁਪਏ ਦੀ ਦਿਹਾੜੀ ਲਾਉਂਦਾ ਨਾ, 70,000 ਦਾ ਉਹ ਵੀ ਮੋਬਾਈਲ ਸਾਡੇ ਕੋਲ ਲਾਈ ਜਾਂਦਾ। ਅਸੀਂ ਲੋਕ ਜਿਹੜੇ ਪੈਸੇ ਨੂੰ ਅਹਿਮੀਅਤ ਨਹੀਂ ਦਿੰਦੇ, ਅਸੀਂ ਵਾਰੀ ਉਹਨੂੰ ਇਹੀ ਸਮਝਦੇ ਕੋਈ ਸਾਡਾ ਖਾਨਦਾਨ ਹੈ। ਜਿਹੜੇ ਮਸਾਇਲ ਨੇ ਉਹ ਤੇ ਇਨਸ਼ਾਅੱਲਾ ਹੱਲ ਹੋਣਗੇ, ਉਹ ਸਾਨੂੰ ਕਰਵਾਉਣੇ ਵੀ ਆਉਂਦੇ ਨੇ। अस्सलाम वालेकुम नाज़रीन, HR न्यूज़ के साथ मैं हूं असदुर रहमान और इस वक्त मैं मौजूद हूं हल्का PP 38 में, जहां पर 28 जुलाई को दोबारा इलेक्शन हो रहे हैं। हम इस हल्का में निकले हैं और आवाम से ये जानने की कोशिश कर रहे हैं कि वो इस इलेक्शन में किस सियासी जमात को सपोर्ट कर रहे हैं। आइए हमारे साथ कुछ अहबाब मौजूद हैं, उनसे बात करते हैं। अस्सलाम वालेकुम। ਵਾਲੇਕੁਮ ਸਲਾਮ। जी मोहतरम, ਤੁਹਾਡੇ ਇਸ ਹਲਕਾ ਦੇ ਅੰਦਰ 28 ਤਰੀਕ ਨੂੰ ਦੁਬਾਰਾ ਇਲੈਕਸ਼ਨ ਹੈ ਤੇ ਤੁਸੀਂ ਕਿਸ ਸਿਆਸੀ ਜਮਾਤ ਨੂੰ ਸਪੋਰਟ ਕਰ ਰਹੇ ਹੋ? ਅਸੀਂ ਅਲਹਮਦੁਲਿਲਾ PTI ਨੂੰ, ਇਮਰਾਨ ਖਾਨ ਨੂੰ, ਵਜ੍ਹਾ ਕੀ? ਐਸਨ ਸਲੀਮ ਬਰਿਆਰ ਸਾਹਿਬ ਨੂੰ। ਇਸ ਦੀ ਵਜ੍ਹਾ ਕੀ ਹੈ? ਇਸ ਦੀ ਵਜ੍ਹਾ ਹੈ ਵੀ ਸਰ ਕਿ ਪਿਛਲੇ 30-35 ਸਾਲ ਤੋਂ ਇਹ ਵਰੀਓ ਖਾਨਦਾਨ ਨੇ ਇਸ ਹਲਕੇ ਵਾਸਤੇ ਕੁਝ ਵੀ ਨਹੀਂ ਕੀਤਾ, ਕੁਝ ਸੋਚਿਆ ਵੀ ਨਹੀਂ ਕਿ ਇਹ ਲੋਕ ਵੀ ਐਸ ਰਹਿੰਦੇ ਨੇ ਇੱਥੇ, ਸਾਨੂੰ ਵੋਟ ਦਿੰਦੇ ਸਨ, ਸਾਡੇ ਨਾਲ ਚੱਲਦੇ ਸਨ। ਅਸੀਂ ਉਹਨਾਂ ਦਾ ਕੋਈ ਸਕੂਲ ਦਾ, ਕੋਈ ਹਸਪੀਟਲ ਦਾ, ਸੜਕਾਂ ਦਾ, ਕੋਈ ਕਿਸੇ ਕਿਸਮ ਦਾ ਕੋਈ ਕੰਮ ਹੀ ਨਹੀਂ ਕੀਤਾ। ਕੁਛ ਨਹੀਂ ਕੀਤਾ। ਨੂਨ ਲੀਗ ਦੀ ਜਿਹੜੀ ਹੁਕੂਮਤ ਹੈ ਉਹ ਤੇ ਕਹਿੰਦੇ ਅਸੀਂ ਸੜਕਾਂ ਦੇ ਜਾਲ ਫੈਲਾ ਦਿੱਤੇ। ਇਹ ਤੁਸੀਂ ਫਿਰਦੇ ਹੀ ਹੋ ਨਾ ਪਏ, ਇਹ ਪਸਰੂਰ ਰੋਡ ਤੇ ਫਿਰ ਕੇ ਵੇਖ ਲੈਣਾ ਹਜੇ ਕਿੰਨਾ ਕੁ ਜਾਲ ਵਿਛਿਆ ਦਾ। ਇਹ ਜਾਲ ਹੀ ਇਹ ਵੀ ਆ ਬਰਿਆਰ ਸਾਹਿਬ ਆਏ ਨੇ ਤੇ ਆ 15 ਦਿਨਾਂ ਦੇ ਵਿੱਚ ਬਣਿਆ ਪਸਰੂਰ ਰੋਡ, ਤਿਆਰ ਹੋਇਆ ਮਾਸ਼ਾਅੱਲਾ। ਅੱਗੋਂ ਉਹ ਪਿੰਡਾਂ ਦੇ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਵੀ ਕਰਵਾਉਂਦੇ ਨੇ, ਸ਼ੁਰੂ ਕਰਵਾਏ ਦੇ ਨੇ ਉਹਨਾਂ ਨੇ। ਤੇ ਕੁਛ ਅਸੀਂ ਇਮਰਾਨ ਖਾਨ ਦੇ ਵਿਜ਼ਨ ਦੇ ਨਾਲ ਆ। ਅੱਛਾ, ਅਗਰ ਉਹਨਾਂ ਨੇ ਨੂਨ ਲੀਗ ਨੇ ਕੰਮ ਨਹੀਂ ਕੀਤੇ ਤੇ ਅਸੀਂ ਦੇਖਦੇ ਹਾਂ ਪਿਛਲੇ ਕੁਝ ਸਾਲਾਂ ਤੋਂ ਨੂਨ ਲੀਗ ਹੀ ਇਸ ਹਲਕਾ ਦੇ ਅੰਦਰ, ਅਗਰ ਅਸੀਂ ਉਹੀ ਕਾਮਯਾਬ ਹੁੰਦੀ, ਉਹਦੀ ਫਿਰ ਵਜ੍ਹਾ ਕੀ? ਲੋਕ ਕਿਉਂ ਸਪੋਰਟ ਕਰਦੇ ਸੀ ਕਿ ਲੋਕਾਂ ਨੇ ਜ਼ੇਨ ਤੇ ਗੁਲਾਮੀ ਜ਼ੇਨ ਨਹੀਂ ਹੁੰਦਾ ਜਿਹੜਾ, ਇਹ ਸਮਝ ਲਓ ਕਿ ਉਹ ਹੀ ਹੈ। ਲੇਕਿਨ ਇਸ ਦਫਾ ਇਨਸ਼ਾਅੱਲਾ ਤਾਲਾ 28 ਤਰੀਕ ਨੂੰ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇ ਤੇ ਤੁਸੀਂ 29 ਨੂੰ ਫੇਰ ਆਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਨੂਨ ਲੀਗ ਨਾਲ ਬਣਿਆ ਕੀ ਹੈ। ਅੱਛਾ, ਹਾਂਜੀ। ਤੁਸੀਂ ਇਹ ਖੋਖੇ ਤੋਂ ਸ਼ੁਰੂ ਹੋਈ ਹੋ, ਇੱਥੋਂ ਚਲੇ ਜਾਓ, ਪੂਰਾ ਪਿੰਡ ਦਾ ਵਿਜ਼ਿਟ ਕਰੋ ਜਾ ਕੇ, ਤੁਹਾਨੂੰ ਚੰਦ ਲੋਕ ਮਿਲਣਗੇ, ਚੰਦ ਲੋਕ ਇਸ ਦਫਾ ਕਿ ਜਿਹੜੇ ਤੁਹਾਡੇ ਨਾਲ ਮੁਸਲਿਮ ਲੀਗ ਦੀ ਗੱਲ ਕਰਨਗੇ ਤੇ ਤਕਰੀਬਨ ਤੁਹਾਨੂੰ 80% ਲੋਕ PTI ਦੀ ਸਪੋਰਟ 'ਚ ਮਿਲਣਗੇ। ਇਨਸ਼ਾਅੱਲਾ 100% ਸ਼ੇਰ ਜਿੱਤੇਗਾ। ਸ਼ੇਰ ਜਿੱਤੇਗਾ ਜੀ ਇਨਸ਼ਾਅੱਲਾ। ਕੀ ਵਜ੍ਹਾ ਲੱਗਦੀ ਪਈ ਹੈ ਤੁਹਾਨੂੰ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਸ਼ੇਰ ਜਿੱਤੇਗਾ? ਜਨਾਬ ਇਹ ਵਰੀਓ ਜਿਹੜਾ ਨਾ, ਇਹ ਵਰੀਓ ਦਾ ਘਰ ਹੈ। ਇਹ ਜਿੱਥੇ ਬੈਠੇ ਆ ਨਾ, ਇੱਥੇ ਬਾਜ਼ਾਰਾਂ ਨਾਲ ਕੁਝ ਵੀ ਨਹੀਂ ਹੈ, ਬਸ ਉਹ ਲੋਕਾਂ ਨੂੰ ਪੈਸੇ ਦਿੰਦੇ ਨੇ ਤੇ ਪੈਸੇ ਲੈ ਕੇ ਲੋਕਾਂ ਨੇ 28 ਤਰੀਕ ਨੂੰ ਆਪਣੇ ਹਦਮ ਕਰ ਜਾਣੇ ਨੇ ਤੇ ਐਂਡ ਤੇ ਜਾ ਕੇ ਮੋਹਰਾਂ ਫਿਰ ਸ਼ੇਰ ਤੇ ਲਾਣੀਆਂ ਨੇ। ਅੱਛਾ, ਕਿਉਂਕਿ ਅਸੀਂ ਲੋਕ ਜਿਹੜੇ ਪੈਸੇ ਨੂੰ ਅਹਿਮੀਅਤ ਨਹੀਂ ਦਿੰਦੇ, ਅਸੀਂ ਵਰੀਓ ਨੂੰ ਇਹੀ ਸਮਝਦੇ ਕੋਈ ਸਾਡਾ ਖਾਨਦਾਨ ਹੈ। ਅਸੀਂ ਅੱਲਾ ਦੇ ਹੁਕਮ ਨਾਲ ਵਰੀਓ 'ਚ ਹੀ ਬੈਠੇ ਆ। ਇਹ ਛਾਉਣੀ ਸਲੈਰੀਆਂ ਨਹੀਂ, ਵਰੀਓ ਹੀ ਸਮਝੋ। ਇਹ ਜਿੰਨੇ 40, 50, 60 ਪਿੰਡ ਨੇ ਨਾਲ ਦੁਆਲੇ, ਇਹ ਵਰੀਓ ਹੀ ਹੈ। ਇਨਸ਼ਾਅੱਲਾ ਵਰੀਓ ਜਿੱਤੇ। ਲੇਕਿਨ ਲੋਕ ਇਹ ਕਹਿੰਦੇ ਨੇ ਭਾਈ PTI ਦੀ ਜਿਹੜੀ 3 ਸਾਲ ਹੈ, 3 ਸਾਲ ਹੋਏ ਨੇ ਹੁਕੂਮਤ ਨੂੰ, ਉਹ ਇਸ ਹੁਕੂਮਤ ਦੇ ਅੰਦਰ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ। ਗਰੀਬ ਆਦਮੀ ਜਿਹੜਾ ਹੈ ਉਹ ਪਿਸਦਾ ਪਿਆ ਵੇ ਤੇ ਖਾਨ ਸਾਹਿਬ ਨੇ ਜਿਹੜਾ ਤਬਦੀਲੀ ਦਾ ਇੱਕ ਦਾਅਵਾ ਕੀਤਾ ਸੀ, ਨਾਰਾ ਲਗਾਇਆ ਸੀ, ਤਬਦੀਲੀ ਨਹੀਂ ਲੈ ਕੇ ਆਏ। ਅਸੀਂ ਲੋਕ ਗਿੱਜ ਗਏ ਆ ਟਮਾਟਰਾਂ ਤੇ, ਪਿਆਜ਼ਾਂ ਤੇ, ਆਲੂਆਂ ਤੇ। ਅਸੀਂ ਇਸ ਤੋਂ ਅੱਗੇ ਸਾਡੀ ਸੋਚ ਨਹੀਂ ਜਾਂਦੀ ਪਈ। ਮਹਿੰਗਾਈ ਸਾਰੀ ਤੋਂ, ਅਸੀਂ ਵੀ ਗਰੀਬ ਹਾਂ, ਅਸੀਂ ਕੋਈ ਲੈਂਡਲਾਰਡ ਥੋੜ੍ਹੇ ਆ, ਅਸੀਂ ਨਹੀਂ ਸਮਝਦੇ ਕੋਈ ਏਡੀ ਖਾਸ ਮਹਿੰਗਾਈ ਹੈ। ਠੀਕ ਹੈ, ਇੱਕ ਨਿਜ਼ਾਮ ਜ਼ਿੰਦਗੀ ਦਾ ਚੱਲਦਾ ਪਿਆ। ਮੁਸਲਿਮ ਲੀਗ ਦੇ ਦੌਰ 'ਚ ਵੀ ਇੱਥੋਂ ਤੱਕ ਗੱਲਾਂ ਹੁੰਦੀਆਂ ਸਨ, ਮਹਿੰਗਾਈ ਜਾਂਦੀ ਸੀ, ਹੁਣ ਵੀ ਹੋ ਗਈ ਹੈ। ਲੇਕਿਨ ਇਮਰਾਨ ਖਾਨ ਇੱਕ ਉਥਲੇ ਲੈਵਲ ਤੋਂ ਕੰਮ ਕਰਦਾ ਹੁੰਦਾ ਪਿਆ। ਸਾਡੀ ਆਵਾਮ ਨੂੰ ਚਾਹੀਦੇ ਨੇ ਟਮਾਟਰ 5 ਰੁਪਏ ਕਿਲੋ, ਚੀਨੀ 10 ਰੁਪਏ ਕਿਲੋ ਕਰ ਦਿਓ ਤੇ ਉਂਝ ਭਾਵੇਂ ਇਹਨਾਂ ਦਾ ਸੱਤਿਆਨਾਸ਼ ਮਾਰ ਛੋੜੇ, ਖੁਸ਼ ਹੋ ਜਾਣਗੇ। ਨਹੀਂ, ਇੱਕ ਗਰੀਬ ਆਦਮੀ ਹੈ ਜਿਸ ਬੰਦੇ ਦੇ ਸੁਬਹ ਕਮਾਣਾ ਲੈ ਕੇ ਆਣਾ, ਉਹਨੂੰ ਤੇ ਬੇਸਿਕ ਚੀਜ਼ਾਂ ਚਾਹੀਦੀਆਂ। ਜਾ ਕੇ ਵੇਖੋ, ਮਾਰਕੀਟਾਂ 'ਚ ਜਾ ਕੇ ਵੇਖੋ, ਸਾਡਾ ਕਾਰੋਬਾਰ ਹੈ, ਸਾਨੂੰ ਪਤਾ ਹੈ। ਅਸੀਂ ਅਜੇ ਤੱਕ ਕੋਈ ਐਸਾ ਗਰੀਬ ਨਹੀਂ ਵੇਖਿਆ ਜਿਹਨੇ ਆਖਿਆ ਹੋਏ ਮੇਰੀ ਦਿਹਾੜੀ ਨਹੀਂ ਲੱਗੀ ਤੇ ਮੈਂ ਰੋਟੀ ਤੋਂ ਤੰਗ ਹਾਂ। ਇਹ ਸਿਰਫ ਇਹ ਕਹਿ ਵੀ ਗੱਲਾਂ ਹੀ ਨੇ, ਅਸੀਂ ਮਰ ਗਏ ਹਾਂ ਭੁੱਖ ਨਾਲ ਤੇ ਫਲਾਣ ਹੋ ਗਿਆ।
ਇੱਥੇ ਲੋਕੀ ਮਾੜੇ ਤੋਂ ਮਾੜਾ ਬੰਦਾ ਜਿਹੜਾ 1000 ਰੁਪਏ ਦੀ ਦਿਹਾੜੀ ਲਾਉਂਦਾ ਨਾ 70000 ਦਾ ਉਹ ਵੀ ਮੋਬਾਈਲ ਸਾਡੇ ਕੋਲ ਲੈ ਜਾਂਦਾ। ਨਹੀਂ ਵਜ੍ਹਾ ਕੀ ਹੈ मतलब कि ਅਸੀਂ ਦੇਖਨੇ ਪਏ ਹਾਂ अगर सियालकोट ਹੋਵੇ ਡਸਕਾ ਹੋਵੇ ਪਸਰੂਰ ਹਰ ਜਗ੍ਹਾ ਤੋਂ ਐਸਾ ਏਰੀਆ ਦੇ ਅੰਦਰ ਸ਼ੇਰ ਹੀ ਕਿਉਂ ਨੂਨ ਲੀਗ ਹੀ ਕਿਉਂ ਵਿਨ ਕਰਦੀ ਹੈ? ਅੱਲਾ ਦੇ ਹੁਕਮ ਨਾਲ ਨੂਨ ਲੀਗ ਇਸ ਲਈ ਵਿਨ ਕਰਦੀ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ ਬਹੁਤ ਅੱਛੇ ਨਾਈਸ ਬੰਦੇ ਨੇ ਜਨਾਬ, ਅੱਲਾਹ ਤਾਲਾ ਉਹਨਾਂ ਨੂੰ ਤੰਦਰੁਸਤੀ ਦੇ। ਤੇ ਜਨਾਬ ਅੱਗੋਂ ਦੂਸਰੇ ਜਿਹੜੇ ਹੁੰਦੇ ਨੇ ਦਿਹਾੜੀ ਬਾਹਰ ਹੁੰਦੇ ਨੇ, ਕੋਈ ਦਿਹਾੜੀ ਲਾ ਕੇ ਇੱਧਰ ਨੂੰ ਤੁਰ ਜਾਂਦਾ, ਕੋਈ ਇੱਧਰ ਨੂੰ ਤੁਰ ਜਾਂਦਾ। ਤੇ ਜਿਹੜੀ ਇਹ ਨੂਨ ਲੀਗ ਹੈ ਬਹੁਤ ਅੱਛੀ ਪਾਰਟੀ ਹੈ। ਇਹਦੀ ਹੁਕੂਮਤ 'ਚ ਕੋਈ ਮਹਿੰਗਾਈ ਨਹੀਂ, ਕੋਈ ਲੈਣੀ ਨਹੀਂ, ਕੋਈ ਦੇਣੀ ਨਹੀਂ। ਹੁਣ ਵੇ ਕੋਈ 120 ਰੁਪਏ ਲੀਟਰ ਤੇਲ ਹੋ ਗਿਆ, ਉਸ ਤੋਂ ਬਾਅਦ ਜਿਹੜਾ 150 ਰੁਪਏ ਕਿਲੋ ਘਿਓ ਸੀ ਉਹ 300 ਰੁਪਏ ਕਿਲੋ ਹੋ ਗਿਆ। ਚੀਨੀ 55 ਰੁਪਏ ਕਿਲੋ ਹੀ 110 ਰੁਪਏ ਹੋ ਗਈ ਹੈ। ਹੋਰ ਵੀ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਜਨਾਬ ਅੱਧੋ ਅੱਧ ਮਹਿੰਗਾਈ ਜ਼ਿਆਦਾ ਹੋ ਗਈ ਹੈ। ਤੇ ਜਨਾਬ ਲੇਕਿਨ ਖਾਨ ਸਾਹਿਬ ਦਾ ਤਾਂ ਇਹ ਕਹਿਣਾ ਹੈ ਕਿ ਭਾਈ ਜਿਹੜੇ ਪਹਿਲੇ ਲੋਕ ਸਨ ਉਹ ਚੋਰ ਸਨ, ਉਹਨਾਂ ਦੀ ਵਜ੍ਹਾ ਤੋਂ ਮਹਿੰਗਾਈ ਹੋ ਰਹੀ। ਨਹੀਂ, ਇਹ ਚੋਰ ਨੇ। ਜਿਹੜੀ ਹੁਣ ਹੁਕੂਮਤ ਹੈ ਚੋਰਾਂ ਦੀ ਹੈ ਜਨਾਬ। ਜਿਹੜੀ ਪਿਛਲੀ ਹੁਕੂਮਤ ਸੀ ਬਹੁਤ ਨਾਈਸ ਹੁਕੂਮਤ ਸੀ ਜਨਾਬ। ਤੇ ਅੱਲਾ ਦੇ ਹੁਕਮ ਨਾਲ ਜਿਹੜਾ ਨਾ ਸਿਆਲਕੋਟ ਤੋਂ ਉਂਝ ਨੂਨ ਲੀਗ ਦਾ ਗੜ ਹੈ, ਇਹ ਮੁਹੱਬਤ ਕਰਦੇ ਨੇ ਜਨਾਬ। ਤੇ ਅੱਲਾ ਦੇ ਹੁਕਮ ਨਾਲ ਸਾਰੀ ਜ਼ਿੰਦਗੀ ਮੁਹੱਬਤ ਕਰਾਂਦੇ। ਤੇ ਵਰੀਓ ਖਾਨਦਾਨ ਤੋਂ ਉਂਝ ਇੱਕ ਜ਼ਾਤੀ ਤੌਰ ਉਹਨਾਂ ਦਾ ਇੱਕ ਆਪਣਾ ਵੋਟ ਬਹੁਤ ਜ਼ਿਆਦਾ ਜਿਹੜਾ ਵਰੀਓ ਖਾਨਦਾਨ ਦਾ। सही हो गया। इस हल्के की बात करने ਅਸੀਂ एहसन सलीम बरियार है यंग फेस है, लेकिन कुछ लोगों का कहना यार वो बच्चा जो है ਉਹ ਤੇ ਮਸਾਇਲ ਨੂੰ ਸਮਝਦਾ ਹੀ ਨਹੀਂ, ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਸਾਇਲ ਹੱਲ ਕਰੇਗਾ? ਭਾਈ ਜਾਨ ਉਹ ਹਰ ਚੀਜ਼ ਨੂੰ ਸਮਝਦਾ ਹੈ। ਫਿਰ ਉਸ ਤੋਂ ਬਾਅਦ ਉਹਦੇ ਵਾਲਦ ਸਾਹਿਬ ਜਿਹੜੇ ਨੇ ਉਹ ਹਰ ਚੀਜ਼ ਨੂੰ ਸਮਝਦੇ ਨੇ। ਉਹ ਕੋਈ ਪਹਿਲੀ ਦਫਾ ਤੇ ਸਿਆਸਤ 'ਚ ਆਏ ਨਹੀਂ, ਉਹ ਸਿਆਸੀ ਫੈਮਿਲੀ ਹੈ। ਚਲੋ ਐਹਸਨ ਸਲੀਮ ਤੇ ਅੱਜ ਖੜਾ ਹੋਇਆ ਹੈ, ਉਹਨੂੰ ਹੁਣ ਉਹਦੇ ਨਾਲ ਉਹਦੇ ਚਾਚੇ ਨੇ, ਉਹਦੇ ਭਾਈ ਨੇ, ਉਹ ਸਿਆਸਤਦਾਨ ਨੇ। ਉਹਨਾਂ ਨੂੰ ਹਰ ਇੱਕ ਚੀਜ਼ ਦਾ ਇਲਮ ਹੈ। ਜਾਂ ਉਹਨਾਂ ਨੂੰ ਜਾ ਕੇ ਪੁੱਛ ਲਓ, ਤੁਹਾਨੂੰ ਹਲਕੇ ਦੀ ਆਈ ਉਹਨਾਂ ਨੂੰ ਕੁਛ ਇੱਕ ਮਹੀਨਾ ਹੀ ਹੋਇਆ ਤਕਰੀਬਨ, ਜਾਂ 20 ਦਿਨ ਲਾ ਲਓ। ਉਹਨਾਂ ਨੂੰ ਜਾ ਕੇ ਪੁੱਛ ਲਓ ਛਾਉਣੀ ਸ਼ਲੈਰੀ 'ਚ ਕਿਹੜਾ ਮਸਾਇਲ ਹੈ ਤੁਹਾਨੂੰ ਦੱਸਣਗੇ, ਧੀਰੇ ਸੰਦੇ 'ਚ ਕਿਹੜਾ ਮਸਾਇਲ ਹੈ ਤੁਹਾਨੂੰ ਦੱਸਣਗੇ, ਕੋਟਲੀ 'ਚ ਕਿਹੜਾ ਮਸਾਇਲ ਹੈ ਤੁਹਾਨੂੰ ਦੱਸਣਗੇ। ਤੁਹਾਨੂੰ ਪਿੰਡਾਂ ਦੇ ਮਸਾਇਲ ਵੀ ਉਹ ਦੱਸਣਗੇ। ਵਰਕ ਕਰਦੇ ਨੇ ਪਿਓ ਤੇ ਉਹ ਇਨਸ਼ਾਅੱਲਾ ਤਾਲਾ ਉਹ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਵੀ ਉਤਰਨਗੇ। ਸਹੀ ਹੋ ਗਿਆ। ਆਖਰੀ ਬਾਤ ਮੈਨੂੰ ਹੈ, ਤੁਸੀਂ ਦੱਸ ਦਿਓ ਕਿਆ ਤੁਹਾਨੂੰ ਲੱਗਦਾ ਹੈ ਕਿ ਅਹਿਸਨ ਸਲੀਮ ਬਰਿਆਰ ਇਸ ਹਲਕੇ 'ਚੋਂ ਜਿੱਤ ਕੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਹੈਂਡਲ ਕਰਨ ਦੇ ਅੰਦਰ ਕਾਮਯਾਬ ਹੋ ਜਾਏਗਾ? ਤੇ ਦੂਸਰੀ ਬਾਤ ਹੈ ਕਿ ਕਿਆ ਤੁਸੀਂ ਕੀ ਐਕਸੈਪਟ ਕਰਦੇ ਹੋ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਤੁਹਾਡੇ ਹਲਕੇ ਦੇ ਅੰਦਰ ਕਿਹੜੇ ਕੰਮ ਕਰਨ? ਪਹਿਲੇ ਨੰਬਰ ਤੇ ਇਨਸ਼ਾਅੱਲਾ ਬਿਜ਼ਨਿਲ੍ਲਾਹ ਅੱਲਾਹ ਤਾਲਾ ਦੀ ਜ਼ਾਤ ਉਹਨਾਂ ਨੂੰ ਇੱਜ਼ਤ ਦੇ, ਉਹ ਜਿੱਤਣ ਤੇ ਇਨਸ਼ਾਅੱਲਾ ਜਿੱਤਣਗੇ। ਠੀਕ ਹੈ। ਉਸ ਤੋਂ ਬਾਅਦ ਜਿਹੜੇ ਮਸਾਇਲ ਨੇ ਉਹ ਤੇ ਇਨਸ਼ਾਅੱਲਾ ਹੱਲ ਹੋਣਗੇ। ਉਹ ਸਾਨੂੰ ਕਰਵਾਉਣੇ ਵੀ ਆਉਂਦੇ ਨੇ। ਸਹੀ ਹੈ। ਉਹ ਫਿਰ ਸਾਨੂੰ ਕਰਾਉਣੇ ਵੀ ਆਉਂਦੇ ਨੇ। ਫਿਰ ਜਦੋਂ ਕਿਸੇ ਕੋਲ ਜਾਵਾਂਗੇ ਤਾਂ ਕੋਈ ਕਰੇਗਾ ਨਾ। ਇਹ ਵਰੀਓ ਖਾਨਦਾਨ ਨੇ ਤੇ 2-4 ਬੰਦੇ ਰੱਖੇ ਹੁੰਦੇ ਸਨ, ਉਹ ਹੀ ਉਹਨਾਂ ਨੂੰ ਮਿਲ ਸਕਦੇ ਸਨ ਤੇ ਉਹ ਹੀ ਉਹਨਾਂ ਕੋਲ ਕੰਮ ਲੈਂਦੇ ਨੇ ਆਪਣਾ। ਤੀਸਰੇ ਬੰਦੇ ਨੂੰ ਤਾਂ ਨਾ ਇੱਥੋਂ ਕਦੀ ਕਿਸੇ ਨੇ ਖੜਿਆ ਨਾਲ ਤੇ ਨਾ ਕਦੀ ਕਿਸੇ ਨੇ ਉਹਨਾਂ ਨਾਲ ਮੁਲਾਕਾਤ ਕਰਵਾਈ ਹੈ। ਸਹੀ ਠੀਕ ਹੋ। ਇੱਥੇ ਇਹ ਸਿਸਟਮ ਹੈ, ਤੁਹਾਡਾ ਕੰਮ ਹੈ ਤੁਸੀਂ ਡਾਇਰੈਕਟ ਜਾਓ ਉਹਨਾਂ ਦੇ ਕੋਲ, ਕੋਈ ਇਸ਼ੂ ਨਹੀਂ। ਤੁਹਾਨੂੰ ਉਸੇ ਤਰ੍ਹਾਂ ਹੀ ਮਿਲਣਗੇ ਜਿਸ ਤਰ੍ਹਾਂ ਸਾਨੂੰ ਮਿਲਦੇ ਨੇ ਜਾਂ ਜਿਸ ਤਰ੍ਹਾਂ ਇਹਨਾਂ ਨੂੰ ਮਿਲਦੇ ਨੇ। ਹਰ ਬੰਦੇ ਨਾਲ ਉਹਨਾਂ ਦਾ ਪਿਆਰ ਮੁਹੱਬਤ ਹੈ, ਉਹਨਾਂ ਦਾ ਤਲਕ ਨੇ। ਫਿਰ ਹਰ ਚੀਜ਼ ਇਨਸ਼ਾਅੱਲਾ ਅੱਲਾ ਬਿਹਤਰ ਠੀਕ ਹੋਇਆ। ਮਤਲਬ ਤੁਹਾਨੂੰ ਇਹੋ ਹੀ ਲੱਗਦਾ ਪਿਆ ਕਿ ਇੱਥੋਂ 100% ਜਿਹੜਾ ਹੈ ਨਾ ਪੀਟੀਆਈ ਜਿੱਤੇਗੀ ਇਨਸ਼ਾਅੱਲਾ ਜੀ? ਸਹੀ ਕਹਿ ਰਿਹਾ ਨਾ, ਤੁਸੀਂ ਵਿਜ਼ਿਟ ਕਰਦੇ ਹੋ ਪਿਆ ਜੀ ਤੇ ਅਲਹਮਦੁਲਿਲਾ ਇਹ ਕੋਈ 4 ਜੀ ਉੱਥੇ ਹੋਣਗੇ ਤੁਹਾਨੂੰ ਮਿਲਣਗੇ ਮੁਸਲਿਮ ਲੀਗ ਦੇ, ਤੇ ਕੋਈ 4 ਜੀ ਤੁਹਾਨੂੰ ਪਿੱਛੇ ਮਿਲਣ ਮੁਸਲਿਮ ਲੀਗ ਦੇ। ਇਹ ਵੀ ਮੁਸਲਿਮ ਲੀਗ ਦੇ ਨਹੀਂ, ਇਹ ਉਹ ਲੋਕ ਨੇ ਜਿਹੜੇ ਦਬਾਅ 'ਚੋਂ ਬਾਹਰ ਨਹੀਂ ਨਿਕਲ ਸਕਦੇ, ਯਾਨੀ ਕਿ ਖੁੱਲ੍ਹ ਕੇ ਆਪਣਾ ਆਪ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਕੀ ਕਰਨਾ ਹੈ। ਇਹ ਉਹ ਲੋਕ ਨੇ ਕਿ ਇਹਨਾਂ ਨੂੰ ਆਰਡਰ ਹੈ, ਤੁਸੀਂ ਮੁਸਲਿਮ ਲੀਗ ਨੂੰ ਵੋਟ ਦੇਣਾ, ਇਹਨਾਂ ਨੇ ਦੇਣਾ ਭਾਵੇਂ ਜੋ ਮਰਜ਼ੀ ਹੋਈਏ। ਸਹੀ ਹੋ। ਐਸੇ ਤਰ੍ਹਾਂ ਸਾਡੀ ਤਰ੍ਹਾਂ ਫਲੈਕਸਾਂ ਨਹੀਂ ਲਾ ਸਕਦੇ, ਇਹਨਾਂ ਦੀ ਇੰਨੀ ਮਜਾਲ ਨਹੀਂ। ਸਹੀ ਹੋ ਗਿਆ। ਚਲੋ ਠੀਕ ਹੈ ਜੀ। अस्सलाम वालेकुम। ਵਾਲੇਕੁਮ ਜੀ ਸਲਾਮ। ਮੁਹਤਰਮ, ਮੈਨੂੰ ਤੁਸੀਂ ਦੱਸੋ ਕਿ ਜਿਸ ਤਰ੍ਹਾਂ ਭਾਈ ਵੀ ਕਹਿ ਰਹੇ ਨੇ ਕਿ ਅਸੀਂ ਪੀਟੀਆਈ ਨੂੰ ਸਪੋਰਟ ਕਰਨੇ ਆ, ਤੁਹਾਡੀ ਪੀਟੀਆਈ ਨੂੰ ਸਪੋਰਟ ਕਰਨ ਦੀ ਕੀ ਵਜ੍ਹਾ? ਤੁਸੀਂ ਕਿਉਂ ਉਸ ਨੂੰ ਕਰਦੇ? ਅਸੀਂ ਇਸ ਕਰਕੇ ਸਰ ਕਰਨੇ ਆ ਕਿ ਉਹ ਜਿਹੜੇ ਸਾਡੇ ਮਸਾਇਲ ਨੇ, ਜਿਹੜੀ ਸਾਡੀ ਪਰੇਸ਼ਾਨੀਆਂ ਨੇ, ਉਹ ਸਾਡੀਆਂ ਦੂਰ ਕਰਦੇ ਨੇ। ਹਰ ਤਰ੍ਹਾਂ ਉਹਨਾਂ ਆਖਿਆ ਕਿ ਜਿਸ ਤਰ੍ਹਾਂ ਵੀ ਹੋਏਗਾ ਅਸੀਂ ਤੁਹਾਡੀਆਂ ਪਰੇਸ਼ਾਨੀਆਂ, ਤੁਹਾਡੇ ਰਸਤੇ ਨਾਲੀਆਂ ਜਿਹੜੀਆਂ ਖਰਾਬ ਨੇ ਉਹੀ ਬਣਾਵਾਂਗੇ। ਠੀਕ ਹੈ। ਤੇ ਇਨਸ਼ਾਅੱਲਾ ਉਹਨਾਂ ਨੇ ਬਣਾਉਣੀਆਂ ਨੇ। ਇਹ ਵਿੰਦੇ ਰਸਤਾ ਸਾਰਾ ਇੰਜ ਹੀ ਟੁੱਟਾ ਭੱਜਾ, ਇਧਰ ਕਿਸੇ ਦੀ ਕੋਈ ਤਵੱਜੋ ਨਹੀਂ, ਕੋਈ ਗੱਲਬਾਤ ਨਹੀਂ। ਬੱਲੇ ਨੂੰ ਅਸੀਂ ਇਸ ਕਰਕੇ ਇਮਰਾਨ ਖਾਨ ਨੂੰ ਸਪੋਰਟ ਕਰਨੀ ਹੈ। ਇਨਸ਼ਾਅੱਲਾ ਜ਼ਿੰਦਗੀ ਰਹੀ ਮਰਦੇ ਦਮ ਤੱਕ ਇਮਰਾਨ ਖਾਨ ਦਾ ਵੋਟ ਹੈ, ਜਿੰਨੀ ਦੇਰ ਉਹਦੀ ਜ਼ਿੰਦਗੀ ਹੈ। ਪਾਰਟੀ ਜਿਹੜੀ ਮਰਜ਼ੀ ਵੀ ਹੋਏ, ਵੋਟ ਅਸੀਂ ਦੇਣਾ। मतलब आप शख्सियत ਨੂੰ ਵੋਟ ਦੇ ਰਹੇ ਹੋ, ਇਮਰਾਨ ਖਾਨ ਨੂੰ ਵੋਟ ਦੇ ਰਹੇ ਹੋ? ਬਿਲਕੁਲ ਜੀ ਬਿਲकुल। ਇਮਰਾਨ ਖਾਨ ਇਹ ਮੈਨੂੰ ਦੱਸੋ ਕਿਆ ਤੁਹਾਨੂੰ ਲੱਗਦਾ ਹੈ ਕਿ ਉਹਦੇ ਜਿਹੜੇ 2 ਸਾਲ ਬਾਕੀ ਨੇ, ਉਹਨਾਂ ਦੇ 2 ਸਾਲਾਂ ਦੇ ਅੰਦਰ ਜਿਹੜੇ ਉਹਨੇ ਤਬਦੀਲੀ ਦਾ ਨਾਰਾ ਲਾਇਆ ਸੀ, ਗਰੀਬ ਆਵਾਮ ਨੂੰ ਸਹੂਲੀਅਤ ਫਰਾਹਮ ਕਰਨ ਦੀ ਉਹਨੇ ਬਾਤ ਕੀਤੀ, ਕਿਆ ਉਹ ਦੇ ਸਕੇਗਾ? ਇਨਸ਼ਾਅੱਲਾ ਦੇਣਗੇ, ਇਨਸ਼ਾਅੱਲਾ ਉਹ ਦੇਣਗੇ। ਕਿਉਂਕਿ ਅੱਗੇ ਦਿਹਾੜੀ ਜਿਹੜੀ ਕੋਈ 700 ਰੁਪਏ, ਹੁਣ 1200 ਰੁਪਈਆ ਮਜ਼ਦੂਰ ਦੀ ਦਿਹਾੜੀ ਹੈ। ਜੇ ਮਹਿੰਗਾਈ ਹੈ, ਮਹਿੰਗਾਈ ਦੇ ਨਾਲ ਦਿਹਾੜੀ ਵੀ ਵੱਧ ਹੈ, ਤਨਖਾਹਾਂ ਵੀ ਵਧੀਆਂ ਨੇ ਹਰ ਇਨਸਾਨ ਦੀਆਂ। ਸਹੀ ਹੋ ਗਿਆ। ਹਾਂਜੀ ਜੀ ਬਹੁਤ ਸ਼ੁਕਰੀਆ। ਸਹੀ ਨਹੀਂ, ਅਸੀਂ ਦੇਖਦੇ ਪਏ ਹਾਂ ਪੀਟੀਆਈ ਵਾਲੇ ਕਹਿੰਦੇ ਨੇ ਕਿ ਅਸੀਂ ਨਾ
ਹੁਣ 28 ਤਰੀਕ ਨੂੰ ਇਲੈਕਸ਼ਨ ਦੇ ਜ਼ਰੀਏ ਇਹ ਸੀਟ ਜਿਹੜੀ ਹੈ ਨਾ ਵਰਿਓ ਖਾਨਦਾਨ ਕੋਲ ਖੋਲਾਂਗੇ। ਨਹੀਂ ਨਹੀਂ ਭੁਲੇਖਾ ਹੈ, ਇਹ ਹਾਫ ਵੇਂਦੇ ਨੇ ਜਨਾਬ। ਅਸੀਂ ਵੀ ਜੱਟ ਹਾਂ, ਉਹ ਵੀ ਜੱਟ ਭਰਾ ਨੇ ਸਾਡੇ। ਹੁਣ ਅੱਲਾ ਦੇ ਹੁਕਮ ਨਾਲ ਗੁੱਜਰਾਂ ਦੇ ਮੁਕਾਬਲੇ ਜੇ ਇਸ ਇਲਾਕੇ 'ਚ ਕੋਈ ਨਹੀਂ ਹੈ। ਗੁੱਜਰ ਭਾਰੇ ਨੇ, ਵਰਿਓ ਖਾਨਦਾਨ ਅਸੀਂ ਭਾਰੇ। ਪੀਟੀਆਈ 'ਚ ਦੇਖਦੇ ਪਏ ਹਾਂ ਉਤਲ ਤਾਹਰ ਹੁੰਦਲ ਸਾਹਿਬ, ਉਸ ਤੋਂ ਇਲਾਵਾ ਸਈਦ ਬੱਲੀ ਸਾਹਿਬ, ਇਹ ਸਾਰੇ ਇਕੱਠੇ ਹੋ ਗਏ ਨੇ ਤੇ ਤੁਹਾਨੂੰ ਕੀ ਲੱਗਦਾ ਨਹੀਂ ਕਿ ਇਹ ਗਰੁੱਪ ਜਿਹੜਾ ਮੁਕਾਬਲਾ ਕਰ ਸਕੇ? ਨਹੀਂ ਨਹੀਂ, ਤਾਹਰ ਹੁੰਦਲੀ ਸਾਹਿਬ ਵੀ ਆਪਣੇ ਜਨਾਬ ਬਹੁਤ ਪਿਆਰ ਵਾਲੇ ਜੀ ਨੇ, ਅਸੀਂ ਉਹਨੇ ਜ਼ਾਤੀ ਬੜੀ ਇੱਜ਼ਤ ਕਰਨੇ ਆ। ਸਈਦ ਭੱਲੀ ਨਾਲ ਸਾਡਾ ਕੋਈ ਲੈਂਗ ਨਹੀਂ, ਕਿਉਂਕਿ ਤਾਹਰ ਹੁੰਦਲੀ ਸਾਹਿਬ ਵੀ ਸਾਡੇ ਨਾਲ ਹੀ ਗਾਉਂਦੇ ਨੇ ਤੇ ਬਹੁਤ ਨਾਈਸ ਆਦਮੀ ਨੇ। ਹੁਣ ਅੱਲਾ ਦੇ ਹੁਕਮ ਨਾਲ ਵਰਿਓ ਖਾਨਦਾਨ ਭਾਰਾ ਹੈ। ਲੇਕਿਨ ਜਿਹੜੇ ਨੇ ਤਾਹਰ ਹੁੰਦਲ ਸਾਹਿਬ ਉਹ ਤੇ ਪੀਟੀਆਈ ਨੂੰ ਸਪੋਰਟ ਕਰ ਰਹੇ ਨੇ। ਜਿਨ੍ਹਾਂ ਨੂੰ ਵੀ ਕਰਦੇ ਨੇ ਸਾਡੇ ਬੰਨੇ ਦੇ ਭਰਾ ਤੇ ਹੈ ਨਾ, ਮੁਹੱਬਤ ਅਸੀਂ ਉਹਨਾਂ ਨੂੰ ਕਰਨੇ ਆ। ਉਂਝ ਬੋਰਡ ਸਾਡਾ ਜਿਹੜਾ ਨਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਵਰਿਓ ਦਾ ਇਨਸ਼ਾਅੱਲਾ। ਹਾਂਜੀ, ਇਹ ਫਲੈਕਸਾਂ ਫਲੂਕਸਾਂ ਨਾ ਵੇਖੋ, ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਜਿਹੜਾ ਨਾ वरियो विन होएगा इंशाल्लाह। जी हाँ नाजरीन, यहाँ पर हम मौजूद थे और आपने लोगों के व्यू जाने, इनके अपने ख्यालात हैं। अब फैसला 28 तारीख को होगा कि कौन सी सियासी जमात इस हलका में विन करती है। कैमरामैन हमादुर रहमान के साथ असदुर रहमान को इजाज़त दीजिए। अल्लाह हाफिज़।